स्टार्ट। श्रीमद भगवत गीता तीजा अध्याय। अर्जुन ने पुछया, हे जनार्दन, जेकर तुहाडे ख्याल नाल कर्म तो ज्ञान श्रेष्ठ है तां हे केशव, मैनू इस घेर कर्म विच क्यों लगाउंदे हो? मिले होए वचनां नाल तुसी मेरी बुद्धि नूं भरम विच पा रहे हो। निश्चा करके मैनू दसो, जिस दे नाल मैं कल्याण नूं प्राप्त होवां। डंडी। श्री कृष्ण जी बोले, हे निष्पाप अर्जुन, मैं पहला ही समझा चुकिया हाँ कि इस लोक विच दो तरह की निष्ठा कही गई है। डंडी। ये तां शंकिया वालियां दे ज्ञान योग अते दूजी योगियां दे कर्म योग कर्मां नूं शुरू ना ਕਰਨ ਨਾਲ ਹੀ ਕੋਈ ਨਿਸ਼ਕਰਮ ਨਹੀਂ ਕਹਾਉਂਦਾ ਅਤੇ ਕਰਮਾਂ ਦਾ ਤਿਆਗ ਕਰਕੇ ਸੰਨਿਆਸ ਗ੍ਰਹਿਣ ਕਰਨ ਨਾਲ ਹੀ ਕਿਸੇ ਨੂੰ ਸਿੱਧੀ ਨਹੀਂ ਮਿਲ ਜਾਂਦੀ। ਡੰਡੀ। ਮਨੁੱਖ ਇੱਕ ਪਲ ਵੀ ਕਰਮ ਕੀਤੇ ਬਿਨਾਂ ਨਹੀਂ ਰਹਿ ਸਕਦਾ। ਡੰਡੀ। ਕੁਦਰਤ ਦੇ ਗੁਣ ਹੀ ਸਾਰਿਆਂ ਮਨੁੱਖਾਂ ਨੂੰ ਕੁਝ ਨਾ ਕੁਝ ਕਰਮ ਵਿੱਚ ਲਗਾਈ ਰੱਖਦੇ ਹਨ। ਡੰਡੀ। ਜਿਹੜਾ ਗਿਆਨੀ ਕਰਮ ਇੰਦਰੀਆਂ ਨੂੰ ਰੋਕ ਕੇ ਆਤਮ ਚਿੰਤਨ ਦੇ ਬਹਾਨੇ ਵਿਸ਼ਿਆਂ ਦਾ ਚਿੰਤਨ ਕਰਦਾ ਹੈ, ਉਹ ਪਖੰਡੀ ਮਿਥਿਆਚਾਰੀ ਕਹਾਉਂਦਾ ਹੈ। ਡੰਡੀ। ਹੇ ਅਰਜਨ, ਜਿਹੜਾ ਇੰਦਰੀਆਂ ਨੂੰ ਮਨ ਨਾਲ ਦਮਨ ਕਰਕੇ ਅਤੇ ਵਿਸ਼ਿਆਂ ਵਿੱਚ ਪ੍ਰਵਿਰਤ ਨਾ ਹੋਣ ਦੇ ਕੇ ਉਹਨਾਂ ਤੋਂ ਕੰਮ ਲੈਂਦਾ ਹੈ, ਉਹ ਕਰਮ ਯੋਗ ਦਾ ਅਭਿਆਸ ਕਰਦਾ ਹੈ। ਡੰਡੀ। ਉਹ ਸ੍ਰੇਸ਼ਟ ਕਹਾਉਂਦਾ ਹੈ। ਡੰਡੀ। ਆਪਣੇ ਧਰਮ ਦੇ ਅਨੁਸਾਰ ਨਿਯਮਤ ਕਰਮ ਕਰੋ, ਕਿਉਂਕਿ ਕਰਮ ਦੇ ਨਾ ਕਰਨ ਨਾਲੋਂ ਕਰਮ ਨੂੰ ਕਰਨਾ ਚੰਗਾ ਹੈ। ਡੰਡੀ। ਬਿਨਾਂ ਕਰਮ ਕੀਤੇ ਤੇਰੇ ਸਰੀਰ ਦਾ ਨਿਬਾਹ ਨਹੀਂ ਹੋ ਸਕਦਾ। ਡੰਡੀ। ਹੇ ਕੌਂਤਿਆ, ਯੱਗ ਦੇ ਨਿਮਿੱਤ ਕੀਤੇ ਜਾਣ ਵਾਲੇ ਕਰਮਾਂ ਨੂੰ ਛੱਡ ਕੇ ਜਿੰਨੇ ਕਰਮ ਹਨ, ਉਹਨਾਂ ਦੇ ਕਾਰਨ ਨਾਲ ਮਨੁੱਖ ਦਾ ਬੰਧਨ ਹੁੰਦਾ ਹੈ। ਇਸ ਲਈ ਤੂੰ ਫਲ ਦੀ ਇੱਛਾ ਛੱਡ ਕੇ ਯੱਗ ਲਈ ਹੀ ਕਰਮ ਕਰ। ਡੰਡੀ। ਸ੍ਰਿਸ਼ਟੀ ਦੇ ਆਦਿ ਕਾਲ ਵਿੱਚ ਬ੍ਰਹਮਾ ਜੀ ਨੇ ਯੱਗ ਸਮੇਤ ਪ੍ਰਜਾ ਨੂੰ ਪੈਦਾ ਕਰਕੇ ਪ੍ਰਜਾ ਨੂੰ ਕਿਹਾ ਸੀ ਕਿ ਯੱਗ ਆਦਿ ਕਰਮਾਂ ਕਰਕੇ ਵਾਧੇ ਨੂੰ ਪ੍ਰਾਪਤ ਹੋਵੋ। ਇਹ ਹੋਈ ਸਾਰੇ ਕਰਮ ਤੁਹਾਡੇ ਨਿਮਿਤ ਕਾਮ ਧੇਨੂ ਹੋਣਗੇ। ਡੰਡੀ। ਇਸ ਯੱਗ ਨੂੰ ਤੁਸੀਂ ਦੇਵਤਿਆਂ ਨੂੰ ਸੰਤੁਸ਼ਟ ਕਰਦੇ ਹੋ ਅਤੇ ਦੇਵਤਾ ਵੀ ਤੁਹਾਨੂੰ ਸੰਤੁਸ਼ਟ ਕਰਨਗੇ। ਡੰਡੀ। ਇਸ ਤਰ੍ਹਾਂ ਵਰਤਾਓ ਕਰਦੇ ਹੋਏ ਤੁਸੀਂ ਆਪਣੇ ਅਤੇ ਦੇਵਤਾ ਕਲਿਆਣ ਨੂੰ ਪ੍ਰਾਪਤ ਹੋਵੋਗੇ। ਡੰਡੀ। ਯੱਗ ਆਦਿ ਕਰਮਾਂ ਤੋਂ ਖੁਸ਼ ਹੋ ਕੇ ਦੇਵਤਾ ਤੈਨੂੰ ਮਨ ਚਾਹੇ ਸੁੱਖ ਦੀਆਂ ਸਮੱਗਰੀਆਂ ਦੇਣਗੇ, ਕਿਉਂਕਿ ਉਹਨਾਂ ਦੇ ਕੀਤੇ ਹੋਏ ਦਾਨ ਦਾ ਜੋ ਬਿਨਾਂ ਉਹਨਾਂ ਦਾ ਭੋਗ ਲਗਾਏ ਹੋਇਆਂ ਭੋਗ ਗ੍ਰਹਿਣ ਕਰਦੇ ਹਨ, ਉਹ ਸਾਰਿਆਂ ਪਾਪਾਂ ਤੋਂ ਮੁਕਤ ਹੋ ਜਾਂਦੇ ਹਨ। ਅਤੇ ਜਿਹੜੇ ਆਪਣੇ ਨਿਮਿਤ ਹੀ ਅੰਨ ਪਕਾਉਂਦੇ ਹਨ, ਉਹ ਪਾਪੀ ਪੁਰਸ਼ ਪਾਪ ਨੂੰ ਖਾਂਦੇ ਹਨ। ਡੰਡੀ। ਅੰਨ ਤੋਂ ਪ੍ਰਾਣੀਆਂ ਦੀ ਪੈਦਾਇਸ਼ ਹੁੰਦੀ ਹੈ। ਅੰਨ ਬੱਦਲ ਤੋਂ ਪੈਦਾ ਹੁੰਦਾ ਹੈ। ਬੱਦਲ ਯੱਗ ਦੁਆਰਾ ਵਰਦਾ ਹੈ ਅਤੇ ਬ੍ਰਹਮ ਅੱਖਰ ਪਰਮਾਤਮਾ ਤੋਂ ਇਸ ਕਾਰਨ ਹਮੇਸ਼ਾ ਸਾਰਿਆਂ ਪਦਾਰਥਾਂ ਵਿੱਚ ਰਹਿਣ ਵਾਲਾ ਜਿਹੜਾ ਬ੍ਰਹਮਾ ਹੈ, ਉਹ ਸਾਰਿਆਂ ਯੱਗਾਂ ਵਿੱਚ ਮੌਜੂਦ ਹੈ। ਹੇ ਪਾਰਥ, ਇਸ ਤਰ੍ਹਾਂ ਚਲਾਏ ਹੋਏ ਕਰਮ ਦੇ ਚੱਕਰ ਦੇ ਅਨੁਸਾਰ ਜਿਹੜਾ ਨਹੀਂ ਚੱਲਦਾ, ਉਹ ਪਾਪਮय ਹੈ ਅਤੇ ਉਸਦਾ ਜੀਵਨ ਵਿਅਰਥ ਹੈ। ਡੰਡੀ। ਜਿਹੜਾ ਪੁਰਸ਼ ਆਤਮਾ ਵਿੱਚ ਹੀ ਰੁੱਝਿਆ ਰਹਿੰਦਾ ਹੈ ਅਤੇ ਆਤਮ ਆਨੰਦ ਦੇ ਅਨੁਭਵ ਨਾਲ ਤ੍ਰਿਪਤ ਰਹਿੰਦਾ ਹੈ, ਆਤਮਾ ਵਿੱਚ ਹੀ ਸੰਤੁਸ਼ਟ ਹੈ, ਉਸ ਦੇ ਲਈ ਕੋਈ ਵੀ ਕਰਤੱਵ ਬਾਕੀ ਨਹੀਂ। ਉਹ ਕੋਈ ਕਰਮ ਕਰੇ ਜਾਂ ਨਾ ਕਰੇ,
ਬਾਰੇ ਉਸ ਨੂੰ ਕੋਈ ਪ੍ਰਯੋਜਨ ਜਾਂ ਲਾਭ ਨਹੀਂ ਹੈ ਅਤੇ ਕਿਸੇ ਪ੍ਰਾਣੀ ਤੋਂ ਆਪਣਾ ਲਾਭ ਕਰਵਾ ਲੈਣ ਦੀ ਵੀ ਜ਼ਰੂਰਤ ਨਹੀਂ ਹੈ। ਡੰਡੀ ਇਸ ਲਈ ਤੂੰ ਵੀ ਫਲ ਦੀ ਪ੍ਰਾਪਤੀ ਦੀ ਇੱਛਾ ਛੱਡ ਕੇ ਕਰਤੱਵ ਪਾਲਣਾ ਕਰਦਾ ਰਹੇ, ਕਿਉਂਕਿ ਫਲ ਦੀ ਪ੍ਰਾਪਤੀ ਦੀ ਇੱਛਾ ਛੱਡ ਕੇ ਕਰਮ ਕਰਨ ਵਾਲਾ ਮਨੁੱਖ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਡੰਡੀ ਰਾਜਾ ਜਨਕ ਆਦਿ ਨੇ ਵੀ ਕਰਮ ਸਿੱਧੀ ਪਾਈ ਹੈ। ਡੰਡੀ ਇਸੇ ਤਰ੍ਹਾਂ ਅਤੇ ਲੇਖ ਸੰਗ੍ਰਹਿ ਨੂੰ ਵੇਖਦਿਆਂ ਹੋਇਆਂ ਵੀ ਤੇਰੇ ਲਈ ਕਰਮ ਕਰਨਾ ਠੀਕ ਹੈ। ਡੰਡੀ ਸ੍ਰੇਸ਼ਠ ਮਨੁੱਖ ਜਿਸ ਕਰਮ ਦਾ ਆਚਰਣ ਕਰਦਾ ਹੈ, ਦੂਜੇ ਮਨੁੱਖ ਉਸੇ ਦੇ ਅਨੁਸਾਰ ਚੱਲਦੇ ਹਨ ਅਤੇ ਉਹ ਮੈਨੂੰ ਭਾਵੇਂ ਤਿੰਨਾਂ ਲੋਕਾਂ ਵਿੱਚ ਕੋਈ ਵੀ ਕਰਮ ਕਰਨਾ ਬਾਕੀ ਨਾ ਰਿਹਾ ਅਤੇ ਨਾ ਕੋਈ ਪ੍ਰਾਪਤ ਨਾ ਹੋਣ ਵਾਲੀ ਚੀਜ਼ ਨੂੰ ਪ੍ਰਾਪਤ ਕਰਨਾ ਹੈ, ਫਿਰ ਮੈਂ ਕਰਮ ਕਰਦਾ ਹੀ ਰਹਿੰਦਾ ਹਾਂ। ਡੰਡੀ ਜੇਕਰ ਅਸੀਂ ਵੀ ਆਲਸ ਯੁਕਤ ਹੋ ਕੇ ਕਰਮਾਂ ਨੂੰ ਨਹੀਂ ਕਰਾਂਗੇ ਤਾਂ ਮਨੁੱਖ ਹਰ ਤਰ੍ਹਾਂ ਨਾਲ ਸਾਡੇ ਹੀ ਰਸਤੇ ਦਾ ਅਨੁਕਰਨ ਕਰਨਗੇ। ਡੰਡੀ ਜੇਕਰ ਮੈਂ ਹੀ ਕਰਮ ਨਾ ਕਰਾਂ ਤਾਂ ਸਾਰੇ ਲੋਕ ਵੀ ਕਰਮ ਨਾ ਕਰਨ ਨਾਲ ਨਸ਼ਟ ਹੋ ਜਾਣਗੇ। ਇਸ ਨਾਲ ਮੈਂ ਵੀ ਵਰਨ ਸ਼ੰਕਰ ਨੂੰ ਪੈਦਾ ਕਰਨ ਦਾ ਕਾਰਨ ਬਣ ਕੇ ਪ੍ਰਜਾ ਨੂੰ ਨਸ਼ਟ ਕਰਨ ਵਾਲਾ ਸਮਝਿਆ ਜਾਵਾਂਗਾ। ਡੰਡੀ ਜਿਸ ਤਰ੍ਹਾਂ ਅਗਿਆਨੀ ਫਲ ਦੀ ਇੱਛਾ ਕਰਕੇ ਕਰਮ ਕਰਦਾ ਹੈ, ਉਸੇ ਤਰ੍ਹਾਂ ਹੀ ਫਲ ਦੀ ਇੱਛਾ ਨਾ ਕਰਦੇ ਹੋਇਆਂ ਗਿਆਨੀ ਨੂੰ ਲੋਕ ਸਿੱਖਿਆ ਕਰਦੇ ਹੋਏ ਕਰਮ ਕਰਨਾ ਠੀਕ ਹੈ। ਡੰਡੀ ਗਿਆਨੀ ਪੁਰਸ਼ਾਂ ਨੂੰ ਚਾਹੀਦਾ ਹੈ ਕਿ ਕਰਮ ਵਿੱਚ ਆਸਕਤ ਅਗਿਆਨੀਆਂ ਦੀ ਬੁੱਧੀ ਵਿੱਚ ਭੇਦ ਭਾਵ ਨਾ ਪੈਦਾ ਕਰਨ, ਲੇਕਿਨ ਖੁਦ ਆਪਣਾ ਕਰਮ ਕਰਦਿਆਂ ਹੋਇਆਂ ਉਹਨਾਂ ਕੋਲੋਂ ਵੀ ਖੁਸ਼ੀ ਨਾਲ ਕਰਮ ਕਰਾਉਣ। ਡੰਡੀ ਹੇ ਅਰਜਨ ਸਾਰੇ ਕਰਮ ਪ੍ਰਕਿਰਤੀ ਦੇ ਗੁਣਾਂ ਕਰਕੇ ਹੀ ਪੈਦਾ ਹੁੰਦੇ ਹਨ, ਪਰੰਤੂ ਜਿਨ੍ਹਾਂ ਦੀ ਬੁੱਧੀ ਹੰਕਾਰ ਨਾਲ ਭ੍ਰਿਸ਼ਟ ਹੈ, ਅਜਿਹੇ ਮੂਰਖ ਲੋਕ ਸਮਝਦੇ ਹਨ ਕਿ ਅਸੀਂ ਕਰਤਾ ਹਾਂ। ਡੰਡੀ ਪਰੰਤੂ ਜੋ ਗੁਣ ਅਤੇ ਕਰਮ ਦੇ ਵਿਭਾਗ ਦੇ ਸੱਚੇ ਤੱਤ ਨੂੰ ਜਾਣਦਾ ਹੈ, ਉਹ ਗਿਆਨੀ ਪੁਰਸ਼ ਇਹ ਸਮਝ ਕੇ ਉਸ ਵਿੱਚ ਰੁਝਾਨ ਨਹੀਂ ਰੱਖਦਾ ਕਿ ਗੁਣਾਂ ਦਾ ਇਹ ਖੇਲ ਆਪਸ ਵਿੱਚ ਹੋ ਰਿਹਾ ਹੈ। ਪ੍ਰਕਿਰਤੀ ਦੇ ਗੁਣਾਂ ਕਰਕੇ ਭੁੱਲੇ ਹੋਏ ਮਨੁੱਖ ਗੁਣ ਅਤੇ ਕਰਮਾਂ ਵਿੱਚ ਰੁੱਝ ਜਾਂਦੇ ਹਨ। ਉਹਨਾਂ ਅਲਪਗਿਆ ਮਨੁੱਖਾਂ ਨੂੰ ਗਿਆਨ ਪੁਰਸ਼ ਕਰਮ ਮਾਰਗ 'ਤੇ ਚਲਾਇਮਾਨ ਨਾ ਕਰਨ। ਡੰਡੀ ਹੇ ਅਰਜਨ ਅਧਿਆਤਮ ਬੁੱਧੀ ਨਾਲ ਸਾਰਿਆਂ ਕਰਮਾਂ ਨੂੰ ਤੂੰ ਮੇਰੇ ਵਿੱਚ ਅਰਪਣ ਕਰਕੇ ਫਲ ਦੀ ਆਸ ਮਮਤਾ ਇਹਨਾਂ ਨੂੰ ਛੱਡ ਕੇ ਸੰਗਰਾਮ ਕਰੋ। ਡੰਡੀ ਜਿਹੜੇ ਪੁਰਸ਼ ਸ਼ਰਧਾ ਪੂਰਕ ਮੇਰੇ ਵਚਨਾਂ ਤੇ ਦੋਸ਼ ਦ੍ਰਿਸ਼ਟੀ ਨਾ ਕਰਕੇ ਮੇਰੇ ਇਸ ਮਤ ਦੇ ਅਨੁਸਾਰ ਆਚਰਣ ਕਰਦੇ ਹਨ, ਉਹ ਲੋਕ ਕਰਮ ਬੰਧਨ ਤੋਂ ਨਿਸ਼ਚੇ ਹੀ ਮੁਕਤ ਹੋ ਜਾਂਦੇ ਹਨ ਅਤੇ ਜਿਹੜੇ ਅਗਿਆਨੀ ਇਸ ਮੇਰੇ ਮਤ 'ਤੇ ਦੋਸ਼ ਦ੍ਰਿਸ਼ਟੀ ਕਰਦੇ ਹੋਏ ਇਸ ਨੂੰ ਗ੍ਰਹਿਣ ਨਹੀਂ ਕਰਦੇ, ਉਹ ਪੂਰੇ ਗਿਆਨ ਤੋਂ ਰਹਿਤ ਹਨ, ਉਹਨਾਂ ਨੂੰ ਨਸ਼ਟ ਹੋਇਆ ਸਮਝੋ। ਡੰਡੀ ਗਿਆਨੀ ਮਨੁੱਖ ਵੀ ਆਪਣੇ ਸੁਭਾਅ ਦੇ ਅਨੁਸਾਰ ਆਚਰਣ ਕਰਦਾ ਹੈ। ਡੰਡੀ ਜੀਵ ਮਾਤਰ ਆਪਣੇ ਸੁਭਾਅ ਦੇ ਅਨੁਸਾਰ ਰਹਿੰਦੇ ਹਨ। ਡੰਡੀ ਉੱਥੇ ਹਠ ਕਰਨ ਨਾਲ ਕੀ ਹੋਵੇਗਾ? ਇੰਦਰੀਆਂ ਅਤੇ ਇੰਦਰੀਆਂ ਦੇ ਵਿਸ਼ੇ ਵਿੱਚ ਪ੍ਰੀਤੀ ਅਤੇ ਈਰਖਾ ਦੋਨੋਂ ਹੀ ਅਵਸਥਿਤ ਹਨ। ਡੰਡੀ ਰਾਗ ਅਤੇ ਈਰਖਾ ਇਹਨਾਂ ਦੇ ਵਸ ਵਿੱਚ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਮਨੁੱਖ ਦੇ ਦੁਸ਼ਮਣ ਹਨ। ਡੰਡੀ ਆਪਣਾ ਮੁਸ਼ਕਲ ਧਰਮ ਵੀ ਦੂਸਰੇ ਦੇ ਆਸਾਨ ਧਰਮ ਨਾਲੋਂ ਹਿਤਕਾਰੀ ਹੁੰਦਾ ਹੈ। ਡੰਡੀ ਆਪਣੇ ਧਰਮ ਵਿੱਚ ਮਰਨਾ ਵੀ ਕਲਿਆਣਕਾਰੀ ਹੁੰਦਾ ਹੈ, ਲੇਕਿਨ ਦੂਜੇ ਧਰਮ ਭਿਆਨਕ ਹਨ। ਡੰਡੀ ਅਰਜੁਨ ਨੇ ਕਿਹਾ, ਹੇ
ਵ੍ਰਿਸ਼ੀ ਨੰਦਨ ਸ਼੍ਰੀ ਕ੍ਰਿਸ਼ਨ ਪੁਰਸ਼ ਨੂੰ ਪਾਪ ਕਰਨ ਦੀ ਇੱਛਾ ਨਾ ਹੁੰਦਿਆਂ ਹੋਇਆਂ ਵੀ ਕੌਣ ਉਸ ਨੂੰ ਜ਼ਬਰਦਸਤੀ ਪਾਪ ਦੇ ਰਸਤੇ 'ਤੇ ਪ੍ਰਵਿਰਤ ਕਰਦਾ ਹੈ। ਡੰਡੀ। ਕ੍ਰਿਸ਼ਨ ਭਗਵਾਨ ਬੋਲੇ, ਹੇ ਅਰਜਨ, ਰਜੋਗੁਣ ਤੋਂ ਪੈਦਾ ਹੋਣ ਵਾਲੇ ਕਾਮ ਅਤੇ ਕ੍ਰੋਧ ਮਨੁੱਖ ਨੂੰ ਪਾਪ ਦੇ ਰਸਤੇ 'ਤੇ ਲੈ ਜਾਂਦੇ ਹਨ। ਇਸ ਲਈ ਪੈਦਾ ਹੋਈ ਇੱਛਾ ਕਦੇ ਵੀ ਤ੍ਰਿਪਤ ਨਹੀਂ ਹੁੰਦੀ। ਇਹ ਮਹਾਪਾਪੀ ਅਤੇ ਸ਼ਤਰੂ ਹਨ। ਡੰਡੀ। ਜਿਵੇਂ ਧੂਏ ਨਾਲ ਅੱਗ, ਧੂੜ ਨਾਲ ਦਰਪਣ ਅਤੇ ਝਿੱਲੀ ਨਾਲ ਗਰਭ ਦਾ ਬੱਚਾ ਢੱਕਿਆ ਰਹਿੰਦਾ ਹੈ, ਉਸੇ ਤਰ੍ਹਾਂ ਹੀ ਵਿਸ਼ੇ ਦੀ ਇੱਛਾ ਨਾਸ ਆਤਮ ਗਿਆਨ ਢੱਕਿਆ ਹੋਇਆ ਹੈ। ਡੰਡੀ। ਹੇ ਕੁੰਤੀ ਪੁੱਤਰ, ਇਸ ਸ਼ਤਰੂ ਕਾਮ ਦੇ ਦੁਆਰਾ ਗਿਆਨੀਆਂ ਦਾ ਗਿਆਨ ਢੱਕਿਆ ਹੋਇਆ ਹੈ ਅਤੇ ਹਮੇਸ਼ਾ ਅੱਗ ਦੀ ਤਰ੍ਹਾਂ ਤ੍ਰਿਪਤ ਨਹੀਂ ਹੁੰਦਾ। ਡੰਡੀ। ਇੰਦਰੀਆਂ, ਮਨ ਅਤੇ ਬੁੱਧੀ ਇਸ ਕਾਮ ਦੇ ਆਸਰਾ ਸਥਾਨ ਹਨ। ਡੰਡੀ। ਇਹਨਾਂ ਦੇ ਦੁਆਰਾ ਕਾਮ ਗਿਆਨ ਨੂੰ ਢੱਕ ਕੇ ਜੀਵ ਨੂੰ ਮੋਹਿਤ ਕਰ ਲੈਂਦਾ ਹੈ। ਡੰਡੀ। ਇਸ ਕਰਕੇ ਤੂੰ ਸਭ ਤੋਂ ਪਹਿਲਾਂ ਇੰਦਰੀਆਂ ਨੂੰ ਵਸ ਵਿੱਚ ਕਰਕੇ ਗਿਆਨ ਅਤੇ ਵਿਗਿਆਨ ਨੂੰ ਨਸ਼ਟ ਕਰਨ ਵਾਲੇ ਇਸ ਪਾਪੀ ਕਾਮ ਨੂੰ ਜ਼ਰੂਰ ਜਿੱਤ। ਡੰਡੀ। ਕਹਿੰਦੇ ਹਨ ਕਿ ਇੰਦਰੀਆਂ ਸਾਰਿਆਂ ਤੋਂ ਜ਼ਿਆਦਾ ਬਲਵਾਨ ਹਨ। ਇੰਦਰੀਆਂ ਤੋਂ ਵੀ ਬਲਵਾਨ ਮਨ ਹੈ ਅਤੇ ਮਨ ਤੋਂ ਪਰੇ ਬਲਵਾਨ ਬੁੱਧੀ। ਡੰਡੀ। ਇਸ ਤਰ੍ਹਾਂ ਜੋ ਬੁੱਧੀ ਤੋਂ ਪਰੇ ਬਲਵਾਨ ਹੈ, ਉਸ ਆਤਮਾ ਨੂੰ ਜਾਣ ਕੇ ਨਿਸ਼ਚੈ ਆਤਮਿਕ ਬੁੱਧੀ ਦੁਆਰਾ ਮਨ ਨੂੰ ਵਸ ਵਿੱਚ ਕਰਕੇ, ਹੇ ਮਹਾਬਾਹੋ, ਤੂੰ ਉਧਰ ਦੁਰਾਤਰ ਸ਼ਤਰੂ ਕਾਮ ਨੂੰ ਜਿੱਤ ਲੈ। ਡੰਡੀ। ਸ਼੍ਰੀਮਦ ਭਗਵਤ ਗੀਤਾ ਦਾ 3 ਅਧਿਆਇ ਸਮਾਪਤ। ਡੰਡੀ।